ਬਿਰਹਾ ਤੂੰ ਸੁਲਤਾਨ ਰੀਦਾ, ਜਿਤ ਤਨ ਬਿਰਹਾ ਨ ਊਪਜੈ, ਸੋ ਤਨ ਜਾਣ ਮਸਾਣ। ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ ਫਰੀਦਾ, ਜਿਤ ਤਨ ਬਿਰਹਾ ਨ ਊਪਜੈ, ਸੋ ਤਨ ਜਾਣ ਮਸਾਣ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਗੁਰੂ ਪਿਆਰੀ, ਗੁਰੂ ਸਵਾਰੀ ਸਾਧ ਸੰਗਤ ਜੀ, ਸਿਮਰ ਫਤਿਹ ਪ੍ਰਵਾਨ ਕਰਨੀ ਜੀ। ਪਿਆਰ ਸਤਿਕਾਰ ਦੇ ਨਾਲ ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ ਬਹੁਤ ਹੀ ਕੀਮਤੀ ਸਮਾਂ ਸਾਨੂੰ ਬਖਸ਼ਿਆ ਹੈ। ਅੱਜ ਦਾ ਜੋ ਪਾਵਨ ਬਚਨ ਹੈ, ਇਹ ਜਗਤ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਉਹਨਾਂ ਦੀ ਰਸਨਾ ਤੋਂ ਗਾਇਨ ਕੀਤਾ ਹੋਇਆ ਪਾਕ ਪਵਿੱਤਰ ਸ੍ਰੀ ਮੁਖਵਾਕ ਸਾਹਿਬ ਹੈ, ਜੋ ਕਿ ਰਾਗ ਸੂਹੀ ਦੇ ਵਿੱਚ 763 ਅੰਗ ਤੋਂ ਆਰੰਭ ਹੁੰਦਾ ਹੈ ਤੇ 764 ਅੰਗ ਤੇ ਦੀ ਸੰਪੂਰਨਤਾ ਹੁੰਦੀ ਇਸ ਸ਼ਬਦ ਦੀ। ਇਸ ਵਾਕ ਦੇ ਅੰਦਰ ਗੁਰੂ ਬਾਬਾ ਜੀ ਨੇ ਇੱਕ ਜਵਾਨੀ ਦੇ ਅੰਦਰ ਜੋ ਬੰਦੇ ਅੰਦਰ ਜੋਸ਼ ਹੁੰਦਾ ਤੇ ਜੋਸ਼ ਦੇ ਵਿੱਚ ਜਿਹੜਾ ਉਹ ਹੋਸ਼ ਖੋ ਦਿੰਦਾ ਇਨਸਾਨ। ਦੇਖੋ ਅਵਸਥਾਵਾਂ ਨੇ, ਬਚਪਨ, ਜਵਾਨੀਆਂ ਤੇ ਅੱਗੇ ਆ ਬੁਢੇਪਾ। ਚਲੋ ਬਚਪਨ ਤਾਂ ਇਨਸਾਨ ਦਾ ਜਿਹੜਾ ਹੈ ਉਹ ਬੱਚਿਆਂ ਵਿੱਚ ਖੇਡਦੇ ਹੋਏ ਜਾਂ ਪਾਠਸ਼ਾਲਾ ਦੇ ਵਿੱਚ ਪੜ੍ਹਨ ਸਮੇਂ ਲੰਘ ਜਾਂਦਾ। ਬਚਪਨ ਤਾਂ ਇਉਂ ਲੰਘਦਾ ਹੈ। ਫਿਰ ਆਉਂਦੀ ਆ ਜਵਾਨੀ ਬੰਦੇ ਤੇ। ਸਭ ਤੋਂ ਵੱਧ ਮਾਣ ਤੇ ਜੇ ਹੰਕਾਰ ਕਰਨ ਲਈ ਕੋਈ ਚੀਜ਼ ਬਚਦੀ ਆ, ਉਹ ਬੰਦੇ ਕੋਲ ਉਹਦੀ ਜਵਾਨੀ ਆ, ਹੋਰ ਨਹੀਂ ਕੁਝ ਹੈਗਾ। ਤੇ ਜਵਾਨੀ ਬਣੀ ਰਵੇ ਸਦਾ, ਬੰਦਾ ਬਹੁਤ ਉਦਮ ਕਰਦਾ, ਇਹ ਬੁੱਢਾ ਨਹੀਂ ਹੋਣਾ ਚਾਹੁੰਦਾ। ਬੰਦੇ ਨੂੰ ਸਭ ਪ੍ਰਵਾਨ ਆ ਤੇ ਪਰ ਜਵਾਨੀ ਜਿਹੜੀ ਆ ਤੇ ਉਹਦਾ ਰੰਗ ਬਦਲ ਜਾਵੇ ਤੇ ਢਲ ਜਾਵੇ ਸਭ ਕੁਝ ਤੇ ਬੁਢੇਪਾ ਹੋ ਜੇ, ਬਜ਼ੁਰਗ ਹੋਵੇ ਕੋਈ, ਉਹਨੂੰ ਸਵੀਕਾਰ ਨਹੀਂ ਹੈਗੀ, ਉਹ ਅਸੈਪਟ ਨਹੀਂ ਕਰ ਪਾਉਂਦਾ ਇਹਨਾਂ ਚੀਜ਼ਾਂ ਨੂੰ। 10 ਬਾਲਤਨ 20 ਰਵਣ, 30 ਕਾ ਸੁੰਦਰ ਕਹਾਵੈ, 40 ਪੁਰ ਹੋਏ 85 ਪਗ ਖਿਸੈ, 60 ਕੇ ਬੁਢੇਪਾ ਆਵੈ। ਗੁਰੂ ਬਾਬੇ ਦੇ ਬਚਨ। 70 ਕਾ ਮਤਹੀਣ, 80 ਕਾ ਵਿਵਹਾਰ ਨ ਪਾਵੈ, 90 ਕਾ ਸਹਿਜਾਸਣੀ, ਮੂੜ ਨ ਜਾਣੈ ਆਪ ਬਲ, ਢੰਡੋਲਮ ਢੂੰਡਮ ਡਿਠ ਮੈਂ ਨਾਨਕ, ਜਗ ਧੂਏ ਕਾ ਧਵਲ ਹਰ। ਹੁਣ ਦੇਖੋ ਬਚਪਨ ਤਾਂ ਆਪਣਾ ਲੰਘ ਜਾਂਦਾ, ਲਾਡ ਲਡਾਉਂਦਿਆਂ, ਪਾਠਸ਼ਾਲਾ 'ਚ ਪੜ੍ਹਦਿਆਂ, ਖੇਡਦਿਆਂ,
ਤੇ ਇਹ ਅਵਸਥਾ ਪਤਾ ਹੀ ਨਹੀਂ ਲੱਗਦਾ ਕਦੋਂ ਲੰਘ ਗਈ। ਹੁਣ ਜਦੋਂ ਜਵਾਨੀ ਆ ਜਾਂਦੀ ਆ, ਜਦੋਂ ਇਨਸਾਨ ਤੇ ਗੁਰੂ ਬਾਬਾ ਨਾਨਕ ਜੀ ਕਹਿੰਦੇ ਜੋਬਨ ਰੁੱਤ ਆਉਂਦੀ ਆ, ਉਦੋਂ ਬੰਦਾ ਸ਼ਰਾਬ ਪੀ ਲੈਂਦਾ। ਉਹ ਕਾਹਦੀ? ਉਹ ਹੰਕਾਰ ਦੀ ਆ। ਇੱਕ ਤਾਂ ਉਹ ਸ਼ਰਾਬ ਆ ਜਿਹੜੀ ਅੰਗੂਰਾਂ ਤੋਂ ਬਣੀ ਆ, ਸਵੇਰੇ ਬੰਦਾ ਪੀਂਦਾ ਤੇ ਸ਼ਾਮੀ ਉਤਰ ਜਾਂਦੀ ਹੈ। ਸ਼ਾਮੀ ਪੀਓ ਤੇ ਸਵੇਰੇ ਲੈ ਜਾਊਗੀ। ਪਰ ਇੱਕ ਅਹੰਕਾਰ ਦੀ ਜੋ ਸ਼ਰਾਬ ਹੈ ਨਾ, ਜਵਾਨੀ ਵਿੱਚ ਬੰਦਾ ਜਦੋਂ ਪੀ ਲੈਂਦਾ, ਉਦੋਂ ਸਮਝਣ ਲੱਗ ਜਾਂਦਾ ਮੈਂ ਇੱਥੇ ਸਦਾ ਵਾਸਤੇ ਹਾਂ, ਇਹ ਸਾਡਾ ਪੇਕਾ ਘਰ ਆ। ਇਹਨੂੰ ਉਹ ਸਹੁਰਾ ਘਰ ਸਮਝਣ ਲੱਗ ਜਾਂਦਾ। ਬਹੁਤ ਸੋਹਣੇ ਵਾਕ ਅੱਜ ਗੁਰੂ ਬਾਬੇ ਨਾਨਕ ਜੀ ਦੇ। ਤੇ ਇਹ ਇਸ ਦੁਨੀਆ ਵਿੱਚ ਹਰ ਕੋਈ ਬੰਦਾ ਮੇਲਾ ਵੇਖਣ ਆਇਆ। ਤੂੰ ਜੀ ਨਾ ਲਾ ਲਈ 2 ਘੜੀਆਂ ਦਾ, ਮੇਲਾ ਵੇਖਣ ਆਇਆ। ਇਸ ਮੇਲੇ 'ਚੋਂ ਜਿਹੜਾ ਖੁੰਝਿਆ ਮੁੜ ਮੇਲੇ ਨਹੀਂ ਆਇਆ। ਇਕਬਾਲ ਉਹਨਾਂ ਨੂੰ ਸਜਦੇ ਕਰਦਾ। ਸਜਦੇ ਦਾ ਮਤਲਬ ਟੋਟੇ ਟੋਟੇ ਹੋ ਕੇ ਮੱਥਾ ਟੇਕਦਾ। ਇਕਬਾਲ ਉਹਨਾਂ ਨੂੰ ਸਜਦੇ ਕਰਦਾ ਜਿਨ੍ਹਾਂ ਨਾਨਕ ਨਾਮ ਤੇ ਆਇਆ। ਇਸ ਦੁਨੀਆ ਦੇ ਵਿੱਚ ਹਰ ਕੋਈ ਬੰਦਾ ਮੇਲਾ ਵੇਖਣ ਆਇਆ। ਤੂੰ ਜੀ ਨਾ ਲਾ ਲਈ 2 ਘੜੀਆਂ ਦਾ, ਮੇਲਾ ਵੇਖਣ ਆਇਆ। ਇਹ ਜੋ ਦੁਨੀਆ ਸ਼ਹਿਰ ਮੇਲਾ ਦਸਤਗੀਰੀ ਨਾਹੀ। ਹੁਣ ਜਿਹੜੀ ਜਵਾਨੀ ਆ, ਉਹ ਇਹ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੁੰਦੀ ਕਿ 4 ਦਿਵਸ ਕੇ ਪ੍ਰਾਹੁਣੇ, 4 ਦਿਨਾਂ ਦਾ ਪ੍ਰਾਹੁਣਾ ਇੱਥੇ। ਜਵਾਨੀ ਨਹੀਂ ਇਹ ਮੰਨਣ ਨੂੰ ਤਿਆਰ ਹੁੰਦੀ। ਕਿਉਂ ਨਹੀਂ ਹੁੰਦੀ? ਜਵਾਨੀ ਵਿੱਚ ਬੰਦਾ ਇਤਨਾ ਹੰਕਾਰ ਵਿੱਚ ਹੁੰਦਾ, ਇਤਨਾ ਹੰਕਾਰ 'ਚ ਹੁੰਦਾ, ਉਹਨੂੰ ਲੱਗਦਾ ਬਸ ਕੇਵਲ ਮੈਂ ਹੀ ਹਾਂ। ਇਹੀ ਅੱਜ ਕੇਂਦਰੀ ਭਾਵ ਆ ਹੁਕਮਨਾਮੇ ਦਾ। ਤੇ ਉਹ ਦੂਜਿਆਂ ਨੂੰ ਇਸ ਤਰ੍ਹਾਂ ਸਮਝਦਾ ਫਿਰ ਵੀ ਇਹ ਕੁਝ ਨਹੀਂ, ਕੇਵਲ ਮੈਂ ਹੀ ਹਾਂ। ਇਹ ਦਿਨ ਸਾਰਿਆਂ 'ਤੇ ਆਉਂਦਾ। ਇਹ ਸੰਸਾਰ ਸਹੁਰਾ ਘਰ ਨਹੀਂ, ਪੇਕਾ ਘਰ ਛੱਡ ਕੇ ਚਲੇ ਜਾਣਾ ਹੈ। ਸਭਨਾ ਸਹੁਰੇ ਵੰਝਣਾ ਸਭ ਮੁਕਲਾਵਣ ਹਾਰ। ਤਾਂ ਸਹੁਰੇ ਘਰ ਤੇ ਪੇਕੇ ਘਰ ਦੀ ਸੋਝੀ ਹੋਣੀ ਰੂਹ ਨੂੰ ਬਹੁਤ ਜ਼ਰੂਰੀ ਆ। ਜਿਹੜੀ ਸਾਡੀ ਰੂਹ ਆ, ਆਤਮਾ ਹੈ, ਸਾਨੂੰ ਇਸ ਗੱਲ ਦੀ ਸੋਝੀ ਹੋਣੀ ਚਾਹੀਦੀ ਹੈ ਵੀ ਅਸੀਂ ਇੱਥੇ ਸੰਸਾਰ ਦੇ ਵਿੱਚ, ਸੰਸਾਰ ਪੇਕਾ ਘਰ ਆ, ਇਹਨੂੰ ਛੱਡ ਕੇ ਜਾਣਾ ਹੀ ਪਵੇਗਾ। ਉਹ ਧੀ ਦੇ ਵਾਂਗ ਜਿਹੜੀ ਚਲੀ ਜਾਂਦੀ ਆ, ਵਿਆਹੀ ਜਾਂਦੀ ਆ ਤੇ ਉਹ ਸਹੁਰੇ ਘਰੇ ਚਲੀ ਜਾਂਦੀ। ਇੱਦਾਂ ਹੀ ਇਹ ਜਿੰਦ ਜਿਹੜੀ ਆ, ਗੁਰੂ ਬਾਬਾ ਜੀ ਦੇ ਵਾਕ, ਇਹ ਵੀ ਇੱਕ ਦਿਨ ਵਿਆਹੀ ਜਾਂਦੀ ਆ ਮੌਤ ਰੂਪੀ ਲਾੜੇ ਨਾਲ। ਤੇ ਇਹਨੂੰ ਉਹ ਮੌਤ ਦਾ ਲਾੜਾ ਲੈ ਜਾਂਦਾ। ਜਿੰਦ ਤਾਂ ਵਹੁਟੀ ਆ, ਜਿੰਦ ਵਹੁਟੀ, ਮਰਨ ਵਰ, ਮਰਨ ਵਾਰਾ, ਮਰਨ ਲਾੜਾ ਹੈ, ਮੌਤ ਲਾੜੀ ਹੈ। ਮੌਤ ਲਾੜਾ ਹੈ, ਜਿੰਦ ਲਾੜੀ ਆ। ਇਹਨਾਂ ਦਾ ਵਿਆਹ ਹੋ ਕੇ ਰਹਿੰਦਾ, ਕੋਈ ਰੋਕ ਨਹੀਂ ਸਕਦਾ। ਬਾਬਾ ਫਰੀਦ ਜੀ, ਜਿੰਦ ਵਹੁਟੀ ਮਰਨ ਵਰ, ਲੈ ਜਾਸੀ ਪਰਣਾਏ, ਆਪਣੇ ਹੱਥੀ ਜੋੜ ਕੇ ਕਹਿ ਗਲ ਲੱਗੇ ਧਾਏ। ਤਾਂ ਆਓ ਆਪਾਂ ਇਹ ਵਾਕ ਨੂੰ ਸਮਝੀਏ। ਰਾਗ ਸੂਹੀ ਛੰਤ ਮਹੱਲਾ ਪਹਿਲਾ। ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਤਾਂ ਹੈ ਸੂਹੀ, ਗੁਰੂ ਬਾਬਾ ਨਾਨਕ ਜੀ ਦਾ ਵਾਕ ਹੈ ਤੇ ਪਹਿਲੇ ਘਰ ਦੇ ਵਿੱਚ ਹੀ ਉਹ ਗਾਉਣ ਲਈ ਆਖ ਰਹੇ ਆ। ਇਹ ਸੁਰ ਤੇ ਤਾਲ ਦਾ ਸੰਬੰਧ ਹੁੰਦਾ। ਤਬਲਾ ਤੇ ਹਾਰਮੋਨੀਅਮ ਉਹਨਾਂ ਦੇ ਘਰ ਮਿਲਾ ਕੇ ਗਾਇਆ ਜਾਂਦਾ। ਇਹ ਉਹਨਾਂ ਲਈ ਆ। ਇੱਕ ਓੰਕਾਰ, ਉਹ ਦੁਨੀਆ ਨੂੰ ਸਾਜਣ ਵਾਲਾ, ਬਣਾਉਣ ਵਾਲਾ, ਮਿਟਾਉਣ ਵਾਲਾ ਇੱਕ ਹੀ ਆ। ਉਹੀ ਭੇਜਦਾ ਦੁਨੀਆ ਤੇ ਉਹੀ ਸੱਦਦਾ, ਉਹੀ ਪਾਲਦਾ। ਓੰਕਾਰ ਉਹਦੀ ਧੁਨੀ ਹੈ। ਸੱਚੇ ਗੁਰੂ ਦੇ ਪ੍ਰਸਾਦ ਦੁਆਰਾ ਹੀ ਉਹਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ ਜੀ। ਭਰ ਜੋਵਨ ਮੈਂ ਮਤ ਪਈੜੈ, ਘਰ ਪਹੁੰਣੀ ਬਲਰਾਮ ਜੀਓ। ਭਰ ਜੋਵਨ, ਜਦੋਂ ਭਰੀ ਜਵਾਨੀ ਸੀ ਮੇਰੇ ਤੇ, ਇਨਸਾਨ ਤੇ ਜਦੋਂ ਬਹੁਤ ਜਵਾਨੀ ਹੁੰਦੀ ਆ, ਉਦੋਂ ਫਿਰ ਉਹ ਸਮਝਦਾ ਕੇਵਲ ਮੈਂ ਹੀ ਹਾਂ। ਭਰ ਜੋਵਨ ਮੈਂ ਮਤ ਪਈੜੈ,
ਮਤ ਇੰਨੀ ਜ਼ਿਆਦਾ ਪਈ ਅੜੇ ਤੋਂ ਭਾਵ ਮਦਹੋਸ਼ ਹੋ ਜਾਂਦੀ ਆ, ਹੰਕਾਰ ਵਿੱਚ ਮਸਤ ਹੋ ਜਾਂਦੀ ਆ ਮਤ। ਘਰ ਪਹੁੰਚਣੀ ਬਲਰਾਮ ਜੀਓ, ਇਹ ਵੀ ਭੁੱਲ ਜਾਂਦੀ ਆ ਮਤ ਕਿ ਮੈਂ ਇੱਥੇ ਮੇਰੀ ਜਿੰਦ ਜਿਹੜੀ ਆ 2 ਦਿਨਾਂ ਦੀ ਪ੍ਰਾਹੁਣੀ ਆ। ਘਰ ਪਹੁੰਚਣੀ ਬਲਰਾਮ ਜੀਓ, ਇਹ ਸੰਸਾਰ ਪੇਕਾ ਘਰ ਹੈ। ਸਾਰਿਆਂ ਨੇ ਆਪਾਂ ਇਸ ਪੇਕੇ ਘਰ ਵਿੱਚੋਂ ਜਾਣਾ। ਅਸੀਂ ਇੱਕ ਜੀਵ ਆਤਮਾ ਹਾਂ, ਰੂਹਾਂ ਹਾਂ। ਸਾਡਾ ਸਭ ਦਾ ਹੀ ਵਿਆਹ ਹੋਵੇਗਾ। ਉਹ ਵਿਆਹ ਮੌਤ ਨਾਲ ਹੋਵੇਗਾ, ਜਿਹਦੇ ਵਿੱਚ ਕੋਈ ਭਾਨੀ ਨਹੀਂ ਮਰਵਾ ਸਕਦਾ। ਉਹ ਹੋ ਕੇ ਰਹੇਗਾ। ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪਰਨਾਏ, ਉਹ ਹੋ ਕੇ ਰਹੇਗਾ। ਉਹ ਅੱਜ ਕੱਲ੍ਹ ਹੋ ਕੇ ਰਹੇਗਾ। ਇਹ ਗੱਲ ਨੂੰ ਭੁੱਲ ਜਾਂਦੀ ਆ ਜਵਾਨੀ ਜਦੋਂ ਬੰਦੇ 'ਤੇ ਹੁੰਦੀ ਹੈ। ਉਹ ਹੰਕਾਰ ਚੇਨਾ ਆ ਜਾਂਦਾ ਅਤੇ ਘਰ ਪਹੁੰਚਣੀ ਬਲਰਾਮ ਜੀਓ ਕਿ ਮੈਂ ਇੱਥੇ ਪ੍ਰਾਹੁਣਾ ਹਾਂ 2 ਦਿਨਾਂ ਦਾ, ਇਹ ਮੇਰਾ ਪੇਕਾ ਘਰ ਹੈ। ਭੁੱਲ ਜਾਂਦਾ ਬੰਦਾ। ਮੈਲੀ ਅਵਗੁਣ ਚਿੱਤ, ਮੈਲੀ ਅਵਗੁਣ ਚਿੱਤ। ਜਵਾਨੀ ਵਿੱਚ ਬੰਦਾ ਬਹੁਤ ਮੈਲਾ ਹੁੰਦਾ। ਗੁਰੂ ਬਾਬਾ ਨਾਨਕ ਜੀ ਜਵਾਨੀ ਨੂੰ ਲੈ ਕੇ ਉਹਨਾਂ ਨੇ ਦੱਸਿਆ ਅਵਸਥਾ ਜਿਹੜੀ ਹੈ, ਕਿਉਂਕਿ ਉਦੋਂ ਬੰਦਾ ਹੰਕਾਰ ਕਰ ਬਹਿੰਦਾ, ਹਉਮੈ 'ਚ ਬਾਹਲਾ ਜ਼ਿਆਦਾ ਹੁੰਦਾ। ਹਉਮੈ 'ਚ ਤਾਂ ਬੰਦਾ ਸਦਾ ਹੀ ਆ, ਉਦੋਂ ਬਾਹਲਾ ਉਛਲ ਬਾਹਰ ਨੂੰ ਆਉਂਦੀ ਆ ਹਉਮੈ, ਉਦੋਂ ਬਹੁਤ ਕੁਝ ਗਲਤ ਕਰਦਾ। ਮੈਲੀ ਅਵਗੁਣ ਚਿੱਤ, ਮੈਂ ਤਾਂ ਬਹੁਤ ਮੈਲਾ ਹਾਂ। ਕਦੋਂ? ਬਿਨ ਗੁਰ, ਗੁਰੂ ਤੋਂ ਬਿਨਾਂ। ਗੁਣ ਨਾ ਸਮਾਵਣੀ ਬਲਰਾਮ ਜੀਓ, ਬਿਨਾਂ ਗੁਰੂ ਤੋਂ ਗੁਣਾਂ 'ਚ ਸਮਾਇਆ ਨਹੀਂ ਜਾਂਦਾ। ਬੂੰਦ ਸਮੁੰਦਰ 'ਚ ਲੀਨ ਨਹੀਂ ਹੁੰਦੀ। ਲੀਨ ਉਹ 'ਚ ਉਹਦੇ ਹੁਕਮ 'ਚ ਸਾਰੇ ਹੁੰਦੇ ਆ। ਉਹਦੇ ਵਿੱਚੋਂ ਪੈਦਾ ਹੋ ਕੇ ਸਮੁੰਦਰ 'ਚ ਹੀ ਲਹਿਰਾਂ ਮਿਟ ਜਾਂਦੀਆਂ। ਪਰ ਜਿਹੜਾ ਉਹਦੇ ਹੁਕਮ 'ਤੇ ਚੱਲ ਕੇ ਲੀਨ ਹੋਣਾ, ਉਹਦੇ ਵਰਗੀ ਕੋਈ ਦੂਜੀ ਰੀਸ ਨਹੀਂ। ਬਿਨ ਗੁਰ ਗੁਣ ਨਾ ਸਮਾਵਣੀ ਬਲਰਾਮ ਜੀਓ। ਇੱਕ ਮੈਂ ਗਾਥਾ ਪੜ੍ਹ ਰਿਹਾ ਸੀ, ਬਹੁਤ ਵਧੀਆ ਮਹਾਂਪੁਰਖਾਂ ਨੇ ਲਿਖੀ ਆ ਅਤੇ ਇਹ ਗੱਲ ਨੂੰ ਸਮਝਾਉਣ ਲਈ ਹੋਈ ਆ। ਅਤੇ ਇੱਕ ਨਾ ਕਾਂ ਸੀ ਇੱਕ ਵਾਰ, ਅਤੇ ਉਹਨਾਂ ਦਾ ਤੁਹਾਨੂੰ ਪਤਾ ਹੀ ਆ ਸੁਭਾਅ, ਭਾਲਦੇ ਰਹਿੰਦੇ ਆ ਮਾਸ ਮਿਲ ਜੇ ਖਾਣ ਵਾਸਤੇ। ਇਹਨੇ ਵੀ ਲਿਖਿਆ ਉਹਨਾਂ ਨੇ, ਇੱਕ ਪਾਣੀ ਦੇ ਵਿੱਚ ਲਾਸ਼ ਹਾਥੀ ਦੀ ਰੁੜੀ ਜਾ ਰਹੀ ਆ ਅਤੇ ਇਹ ਕਾਂ ਉਹਦੇ 'ਤੇ ਆ ਕੇ ਬਹਿ ਗਿਆ। ਕਾਂ ਬੈਠਾ ਅਤੇ ਮਾਸ ਖਾਧਾ ਇਹਨੇ, ਅਤੇ ਪਾਣੀ ਵੀ ਵਿੱਚ ਹੀ ਸੀ, ਅਤੇ ਬਸ ਉੱਡਣਾ ਨਹੀਂ ਚਾਹਿਆ। ਸੋਚਣ ਲੱਗਾ ਮਨਾ, ਇਹ ਕਿੰਨੀ ਮੌਜ ਮੇਲੇ ਵਾਲੀ ਦੁਨੀਆ, ਇਹ ਜਗ੍ਹਾ ਕਿੰਨੀ ਵਧੀਆ, ਨਾਲੇ ਮੈਂ ਜਿੱਥੇ ਆ ਗਿਆ ਰਮਣੀਕ ਕਿੰਨੀ ਆ। ਉਹਨੂੰ ਲੱਗਾ ਮਾਸ ਵੀ ਇੱਥੇ ਆ ਅਤੇ ਪਾਣੀ ਵੀ ਇੱਥੇ ਆ। ਕਈ ਵਾਰ ਇਵੇਂ ਹੁੰਦਾ, ਮਾਸ ਖਾਓ ਅਤੇ ਪਾਣੀ ਪੀਣ ਲਈ ਦੂਰ ਉੱਡੋ 2-3 ਕਿਲੋਮੀਟਰ ਜਾਂ ਇਸ ਤੋਂ ਵੱਧ, ਫਿਰ ਪਾਣੀ ਮਿਲਦਾ। ਇਹ ਤਾਂ ਮੌਜ ਬਣ ਗਈ। ਅਤੇ ਜਿਹੜੀ ਨਦੀ ਵਿੱਚ ਲਾਸ਼ ਰੁੜੀ ਜਾ ਰਹੀ ਆ ਉਹਦੇ ਉੱਤੇ ਬੈਠਾ, ਕਹਿੰਦਾ ਮੌਜਾਂ ਬਣ ਗਈਆਂ। ਉਹ ਉੱਡਿਆ ਹੀ ਨਹੀਂ। ਫਿਰ ਉਹ ਕਹਿੰਦਾ ਇਹੋ ਜਿਹੀ ਜਗ੍ਹਾ ਕਹਿੰਦਾ ਮਿਲਣੀ ਨਹੀਂ। ਉਹ ਮਾਸ ਖਾ ਰਿਹਾ ਉੱਥੇ ਅਤੇ ਪਾਣੀ ਵਿੱਚ ਚੁੰਝ ਡੁਬੋ ਰਿਹਾ। ਉਹ ਕਹਿੰਦਾ ਮੌਜਾਂ ਬਣ ਗਈਆਂ, ਵਧੀਆ ਜਗ੍ਹਾ। ਹੌਲੀ ਹੌਲੀ ਕੀ ਹੋਇਆ, ਨਦੀ ਨੇ ਹੁਣ ਜਾ ਕੇ ਕਿੱਥੇ ਮਿਲਣਾ? ਸਮੁੰਦਰ 'ਚ ਮਿਲਣਾ ਜਾ ਕੇ। ਨਦੀਆਂ ਤੇ ਵਾਹ, ਨਦੀਆਂ ਨਾਲੇ ਪਵੇ ਸਮੁੰਦਰ 'ਚ ਜਾ ਕੇ ਡਿੱਗਦੇ ਆ। ਅਤੇ ਉਹ ਫਿਰ ਜਿਹੜੀ ਨਦੀ ਸੀ ਅਤੇ ਉਹ ਵਗਦੀ ਗਈ। ਇਹ ਬੈਠਾ ਮੌਜ ਨਾਲ। ਇਹ ਕਹਿੰਦਾ ਬਹੁਤ ਮਾਸ, ਹਾਥੀ ਦਾ ਮਾਸ ਥੋੜ੍ਹੀ ਹੁੰਦਾ। ਅਤੇ ਕਹਿੰਦਾ ਬਹੁਤ, ਹੁਣ ਨਹੀਂ ਕਹਿੰਦਾ ਕੋਈ ਮਿਹਨਤ ਨਹੀਂ, ਮੁਸ਼ੱਕਤ ਨਹੀਂ, ਬਣਿਆ ਬਣਾਇਆ ਸਭ ਮਿਲ ਗਿਆ। ਜਦੋਂ ਉਹ ਨਦੀ ਅੱਗੇ ਜਾ ਕੇ ਸਮੁੰਦਰ ਵਿੱਚ ਡਿੱਗੀ, ਇਹ ਕਾਂ ਵੀ ਉਹਦੇ ਨਾਲ ਹੀ ਡਿੱਗ ਪਿਆ। ਇਹ ਤੋਂ ਉੱਡਿਆ ਨਹੀਂ ਗਿਆ। ਖੰਭ ਇਹਦੇ ਇੰਨੇ ਗਿੱਲੇ ਹੋ ਗਏ, ਮਗਰਮੱਛ ਨੇ ਇਹਨੂੰ ਖਾ ਲਿਆ। ਸੰਤਾਂ ਦੀ ਗਾਥਾ ਕਹਿੰਦੇ ਦੁਨੀਆ 'ਤੇ ਬਹੁਤ ਬੰਦੇ ਆਉਂਦੇ ਆ। ਇਸ ਤਰ੍ਹਾਂ ਹੀ ਇਹ ਕਾਂ ਤਾਂ ਇੱਕ ਮੈਂ ਕਹਾਣੀ ਕਹੀ ਆ, ਹੋ ਸਕਦਾ ਇੱਦਾਂ ਨਾ ਹੋਇਆ ਹੋਵੇ, ਪਰ ਇਹ ਕਾਂ ਦੀ ਕਹਾਣੀ ਨਹੀਂ, ਇਹ ਬੰਦੇ ਦੀ ਕਹਾਣੀ ਹੈ। ਸੁਣਨ ਨੂੰ ਲੱਗਾ ਹੋਊਗਾ ਵੀ ਇੱਕ ਕਾਂ ਦੀ ਕਹਾਣੀ ਆ, ਇੱਕ ਪੰਛੀ ਦੀ ਨਹੀਂ। ਇਹ ਇਨਸਾਨ ਦੇ ਮਨ ਦੀ ਕਹਾਣੀ। ਮਨ ਹੀ ਉਹਦਾ ਕਾਂ। ਤਾਂ ਹੀ ਕਿਹਾ ਜਾਂਦਾ ਕਾਗੋਂ ਹੰਸ ਕਰੇ। ਮੈਂ ਤਾਂ ਕਾਂ ਜੈਸਾ ਹਾਂ, ਜੇ ਤਿਸ ਭਾਵੈ ਨਾਨਕਾ ਕਾਗੋਂ ਹੰਸ ਕਰੇ। ਮੈਨੂੰ ਹੰਸ ਬਣਾ। ਉੱਡੋ ਨਾ ਕਾਗਾ ਕਾਰੇ, ਬੇਗ ਮਲੀਜੇ ਆਪਣੇ ਰਾਮ ਪਿਆਰੇ। ਹੁਣ ਇਹਦਾ ਮੋਰਲ ਕੀ ਆ?
ਸੰਤਾਂ ਨੇ ਦੱਸਿਆ ਕਿ ਇਨਸਾਨ ਨਾ ਉਹ ਕਾਂ ਦੇ ਵਾਂਗ ਜਿਵੇਂ ਉਹਨੂੰ ਮਾਸ ਮਿਲਿਆ, ਇਹਨਾਂ ਸਾਰੀਆਂ ਚੀਜ਼ਾਂ ਪਿੱਛੇ ਲੱਗ ਕੇ ਇੰਨਾ ਜ਼ਿਆਦਾ ਮਗਨ ਹੋ ਜਾਂਦਾ, ਇਤਨਾ ਜ਼ਿਆਦਾ ਉਹਨੂੰ ਸੋਝ ਹੀ ਨਹੀਂ ਰਹਿੰਦੀ ਉੱਡਣ ਦੀ ਕਿ ਮੇਰੇ ਕੋਲ ਖੰਭ ਵੀ ਹੈਗੇ ਆ। ਵਾਹਿਗੁਰੂ ਪਿਆਰੇ ਨੇ ਮੈਨੂੰ ਸੇਵਾ ਤੇ ਸਿਮਰਨ ਖੰਭ ਆਦੋ ਇਹ ਮੈਨੂੰ ਬਖਸ਼ਿਆ, ਉਹਨੂੰ ਪਤਾ ਹੀ ਨਹੀਂ ਲੱਗਦਾ। ਜਿਹੜਾ ਅੱਜ ਆਖਿਆ ਮੱਤ ਪਈੜ, ਹੰਕਾਰ ਦੀ ਸ਼ਰਾਬ ਪੀ ਲਈ, ਸੋਝੀ ਨਾ ਰਹੀ। ਤੇ ਐਸੇ ਬੰਦੇ ਹੀ ਆਪਾਂ ਕਹਿੰਦੇ ਆਇਆ ਚੱਲਿਆ ਗਿਆ। ਬਹੁਤ ਰੂਹਾਂ ਇਹੋ ਜਿਹੀਆਂ ਜਿਹੜੀਆਂ ਨੇ ਆਉਂਦੀਆਂ ਨੇ, ਸਮੁੰਦਰ 'ਚ ਲਹਿਰਾਂ ਬਣਦੀਆਂ ਨੇ, ਵਿੱਚ ਹੀ ਸਮਾ ਜਾਂਦੀਆਂ, ਪਰ ਉਹਨਾਂ ਦਾ ਕੋਈ ਮੁੱਲ ਨਹੀਂ ਪੈਂਦਾ। ਉਹ ਕਾਂ ਦੇ ਵਾਂਗ ਇੱਕ ਉਹ ਬੂੰਦ ਆ ਜਿਹੜੀ ਸਮੁੰਦਰ 'ਚ ਲੀਨ ਹੁੰਦੀ ਹੈ, ਉਹਦਾ ਮੁੱਲ ਪੈਂਦਾ, ਉਹ ਥਾਂ ਪੈਂਦੀ ਆ। ਇੱਕ ਇਹੋ ਜਿਹੇ ਲੋਕ ਆ ਜਿਹੜੇ ਆਉਂਦੇ ਆ ਜਾਂਦੇ ਆ, ਉਹ ਕਾਂ ਦੇ ਵਾਂਗ ਉਹ ਵੀ ਚਲੇ ਜਾਂਦੇ ਆ। ਜਾਣਾ ਸਭ ਨਹੀਂ ਆ, ਜਿਹੜੇ ਆਏ ਆ ਉਹਨਾਂ ਨੇ ਜਾਣਾ ਹੀ ਆ, ਕੋਈ ਉਹਨਾਂ ਨੂੰ ਰੋਕ ਨਹੀਂ ਸਕਦਾ। ਪਰ ਫਰਕ ਬਹੁਤ ਆ, ਕਈ ਤਾਂ ਇਹ ਕਾਂ ਵਾਂਗੂ ਜਾਂਦੇ ਆ ਤੇ ਕਈ ਉਹ ਲੂਣ ਦੀ ਜਿਹੜੀ ਡਲੀ ਆ ਉਹਦੇ ਵਾਂਗ ਜਾਂਦੇ ਆ, ਜਿਹੜੀ ਕਹਿੰਦੀ ਆ ਕਿ ਦੇਖੋ ਹੁਣ ਮੈਂ ਜਾਨੀ ਆ ਸਮੁੰਦਰ ਵਿੱਚ, ਇਹ ਵੀ ਉਹਦੀ ਕਹਾਣੀ ਆ। ਲੂਣ ਦੀ ਕਹਾਣੀ ਨਹੀਂ, ਇਹ ਵੀ ਬੰਦੇ ਦੀ ਕਹਾਣੀ ਆ। ਲੂਣ ਦੀ ਇੱਕ ਥੈਲੀ ਕਹਿੰਦੀ ਆ ਦੂਜੀਆਂ ਨੂੰ, ਮੈਂ ਸਮੁੰਦਰ 'ਚ ਜਾ ਕੇ ਵੇਖਦੀ ਆ ਕਿੱਡਾ ਕਾ, ਤੇ ਦੱਸਦੀ ਆ ਕਿ ਬਾਹਰ। ਉਹ ਕਹਿੰਦੇ ਠੀਕ ਆ ਤੂੰ ਜਾ। ਉਹ ਜਾਂਦੀ ਆ ਤੇ ਲੀਨ ਹੋ ਜਾਂਦੀ ਆ, ਉਹ ਉਹਦੇ ਜੈਸੀ ਹੋਈ ਹੋ ਜਾਂਦੀ ਆ, ਉਹਦੇ ਵਿੱਚ ਮਿਲ ਜਾਂਦੀ ਆ, ਘੁਲ ਜਾਂਦੀ ਆ। ਬਾਕੀ ਬਾਹਰ ਖੜੇ ਉਡੀਕਦੇ ਆ। ਹੁਣ ਇੱਥੇ ਜਿਹੜੇ ਉਹ ਨਮਕ ਦੀ ਡਲੀ ਆ ਤੇ ਉਹ ਥੈਲੀ ਆ, ਉਹ ਹੈਗੇ ਆ ਸੰਤ ਜਨ, ਉਹ ਐਵੇਂ ਲੀਨ ਹੁੰਦੇ ਆ। ਅਸੀਂ ਸਾਰੇ ਕਿਵੇਂ ਆ, ਅਸੀਂ ਵੀ ਉਹਦੇ ਵਿੱਚ ਹੀ ਸਮਾਵਾਂਗੇ ਜਾ ਕੇ, ਉੱਥੋਂ ਹੀ ਪੈਦਾ ਹੋਏ ਸੀ, ਉਦੋਂ ਹੀ ਹੁਕਮ ਸੀ, ਹੁਕਮ ਦੇ ਵਿੱਚ ਹੀ ਆਏ ਹਾਂ, ਹੁਕਮ 'ਚ ਹੀ ਜਾਵਾਂਗੇ। ਪਰ ਉਹ ਕਾਂ ਵਾਂਗੂ ਜਾਵਾਂਗੇ। ਜਾਣ 'ਚ ਵੀ ਫਰਕ ਆ। ਤੇ ਉਹਨੂੰ ਤਾਂ ਮਗਰਮੱਛ ਨੇ ਨਿਗਲ ਲਿਆ, ਉਹਨੂੰ ਲੱਗਾ ਮੌਜ ਮੇਲਾ ਹੈ, ਔਰ ਉਹ ਅਸਲੀ ਚੀਜ਼ ਭੁੱਲ ਗਿਆ। ਤਾਂ ਗੁਰੂ ਪਿਆਰਿਓ, ਇਹੀ ਬਾਬਾ ਨਾਨਕ ਜੀ ਦੱਸਦੇ ਆ, ਬਿਨ ਗੁਰ ਗੁਣ ਨਾ ਸਮਾਵਣੀ ਬਲਰਾਮ ਜੀਓ। ਬਿਨਾਂ ਗੁਰੂ ਤੋਂ ਸਮਾਇਆ ਨਹੀਂ ਜਾਂਦਾ। ਗੁਣਾਂ ਦੇ ਵਿੱਚ ਗੁਣ ਸਾਰ ਨਾ ਜਾਣੀ, ਭਰਮ ਭੁਲਾਣੀ ਜੋਬਨ ਬਾਦ ਗਵਾਇਆ। ਗੁਰੂ ਤੋਂ ਬਿਨਾਂ ਮੈਂ ਆਪਦੀ ਜ਼ਿੰਦਗੀ ਤਬਾਹ ਕਰ ਲਈ, ਕਿਉਂਕਿ ਮੈਨੂੰ ਸਮਝ ਨਹੀਂ ਆਈ, ਮੈਂ ਭਰਮਾਂ ਵਿੱਚ ਪੈ ਗਿਆ, ਜੋਬਨ ਬਾਦ ਗਵਾਇਆ। ਸਭ ਤੋਂ ਮਹਿੰਗੀ ਚੀਜ਼ ਮੈਂ ਜਵਾਨੀ ਹੰਕਾਰ 'ਚ ਗਵਾਈ ਹੈ। ਸਭ ਤੋਂ ਮਹਿੰਗੀ ਅਵਸਥਾ ਹੁੰਦੀ ਆ ਜਵਾਨੀ, ਜੀ 'ਚ ਜਿੰਨੀ ਬੰਦਗੀ ਹੋ ਸਕਦੀ ਆ। ਚੌਂਕੜਾ ਮਾਰਨ 'ਚ ਕੋਈ ਪਰੇਸ਼ਾਨੀ ਨਹੀਂ ਹੁੰਦੀ। ਆਪਾਂ ਵਧੀਆ ਪੁਸਤਕਾਂ ਪੜ੍ਹਨੀਆਂ, ਕੋਈ ਪਰੇਸ਼ਾਨੀ ਨਹੀਂ ਹੁੰਦੀ। ਸੰਤਾਂ ਦੇ ਵਾਕ ਸੁਣਨੇ ਆ, ਕੰਨ ਸਹੀ ਹੁੰਦੇ ਆਪਣੇ, ਅੱਖਾਂ ਠੀਕ ਹੁੰਦੀਆਂ। ਉਹਨੂੰ ਜਿੰਨਾ ਸਹੀ ਇਸਤੇਮਾਲ ਹੋ ਸਕਦਾ ਉਹਨਾਂ ਬਜ਼ੁਰਗ ਅਵਸਥਾ 'ਚ ਨਹੀਂ ਹੋ ਸਕਦਾ। ਬੰਦਗੀ ਭਾਵੇਂ ਬਾਬਾ ਫਰੀਦ ਜੀ ਕਰਦੇ ਰਹੇ, ਪਰ ਉਵੇਂ ਚੌਂਕੜਾ ਨਹੀਂ ਵੱਜਦਾ ਜਿਵੇਂ ਜਵਾਨੀ 'ਚ ਵੱਜਦਾ। ਹਾਂ, ਉਹਦੀ ਕਿਰਪਾ, ਉਹ ਬੁਢੇਪੇ 'ਚ ਮਰਵਾ ਲਵੇ ਤੇ ਉਹਦੀ ਕਿਰਪਾ। ਪਰ ਜਵਾਨੀ ਸਭ ਤੋਂ ਵਧੀਆ ਅਵਸਥਾ। ਕਾਲੇ ਕੇਸ ਹੁੰਦਿਆਂ ਜਿਨ੍ਹਾਂ ਰੱਬ ਨੂੰ ਯਾਦ ਕੀਤਾ, ਉਹਨਾਂ ਵਰਗੀ ਕੋਈ ਰੀਸ ਨਹੀਂ। ਜੇ ਧੌਲੇ ਆਇਆ ਕੋਈ ਕਰਦਾ, ਉਹਨੂੰ ਵੀ ਅਸੀਂ ਮੱਥਾ ਟੇਕਦੇ ਹਾਂ। ਪਰ ਜੇ ਕੋਈ ਕਾਲੇ ਕੇਸ ਹੁੰਦਿਆਂ ਰੱਬ ਨੂੰ ਯਾਦ ਰੱਖ ਰਿਹਾ ਜਵਾਨੀ 'ਚ, ਉਹਦੇ ਵਰਗਾ ਉਹਦਾ ਕੋਈ ਬਦਲ ਨਹੀਂ, ਉਹਦੇ ਜੈਸਾ ਕੋਈ ਨਹੀਂ। ਜੋਬਨ ਜਾਂਦੇ ਨਾ ਡਰਾਂ, ਜਵਾਨੀ ਜਾਣ ਦਾ ਕੋਈ ਗਮ ਨਹੀਂ। ਜੇ ਸਹਿ ਪ੍ਰੀਤ ਨਾ ਜਾਏ, ਜੇ ਤੇਰੇ ਨਾਲੋਂ ਮੇਰੀ ਪ੍ਰੀਤ ਨਾ ਟੁੱਟੇ। ਵਰ ਘਰ ਦਰ ਦਰਸ਼ਨ ਨਹੀਂ ਜਾਤਾ, ਫਿਰ ਕਾ ਸਹਿਜ ਨਾ ਪਾਇਆ। ਪਰ ਮੈਨੂੰ ਨਾ ਤਾਂ ਸਮਝ ਆਈ ਕਿ ਮੈਂ ਇੱਥੇ 4 ਦਿਨਾਂ ਦਾ ਪ੍ਰਾਹੁਣਾ ਹਾਂ, ਨਾ ਜੋ ਗੁਰੂ ਜੀ ਦੱਸਦੇ ਸੀ ਤੁਹਾਡੀ ਮੈਨੂੰ ਸੋਝੀ ਆਈ। ਮੈਂ ਤਾਂ ਆਪਦੀ ਜ਼ਿੰਦਗੀ ਵਿੱਚ ਜਵਾਨੀ ਗਵਾਈ ਆ, ਤੁਹਾਡੇ ਨਾਮ ਤੋਂ ਬਿਨਾਂ। ਗਵਾਈ ਕਿਵੇਂ ਆ? ਵੀ ਉਹ ਨਹੀਂ ਕਰ ਪਾਇਆ ਜੋ ਤੁਸੀਂ ਕਿਹਾ ਸੀ, ਜੋ ਗੁਰੂ ਨੇ ਕਿਹਾ ਸੀ। ਗੁਰੂ ਨੇ ਕਿਹਾ ਸੀ ਚਿੰਤਾ ਨਾ ਕਰੀ, ਮੈਂ ਉਹ ਕੀਤੀ ਆ। ਮੈਂ ਜਵਾਨੀ ਐਵੇਂ ਗਵਾਈ ਹੈ, ਵੱਧ ਸਮਝੋਗੇ ਐਵੇਂ। ਗੁਰੂ ਨੇ ਕਿਹਾ ਸੀ ਤੂੰ ਗੁੱਸਾ ਨਾ ਕਰਿਆ ਕਰ, ਮੈਂ ਜਵਾਨੀ 'ਚ ਹੰਕਾਰ ਸੀ, ਹੰਕਾਰ ਨੂੰ ਸੱਟ ਵੱਜੀ, ਗੁੱਸਾ ਕੀਤਾ। ਮੈਂ ਜਵਾਨੀ ਐਵੇਂ ਗਵਾਈ ਹੈ। ਸਾਰਾ ਵਾਕ ਜੋਬਨ ਤੇ ਅੱਜ ਜੋਬਨ ਰੁੱਤ ਤੇ। ਗੁਰੂ ਸਾਹਿਬ ਨੇ ਆਖਿਆ ਸੀ ਤੂੰ ਕਿਸੇ ਦਾ ਹੱਕ ਨਾ ਮਾਰੀ, ਤੇ ਮੈਂ ਤਾਂ ਫਿਰ ਇਸ ਤਰ੍ਹਾਂ ਹੀ ਕਰਦਾ ਰਿਹਾ ਨਾ, ਤੇ ਮੈਂ ਜਵਾਨੀ ਐਵੇਂ ਗਵਾਈ ਆ। ਸਭ ਤੋਂ ਕੀਮਤੀ ਚੀਜ਼ ਆ ਜਵਾਨੀ। ਬਾਲ ਜਵਾਨੀ ਬਿਰਧ ਫੁਨ ਤੀਨ ਅਵਸਥਾ ਜਾਣ। ਬਚਪਨ ਵੀ ਬੜਾ ਕੀਮਤੀ ਆ, ਪਰ ਉਹਦੇ ਵਿੱਚ ਆਪਾਂ ਕਹਿੰਦੇ ਆ ਛੋਟਾ ਬੱਚਾ ਹੈ,
ਭੋਲਾ ਹੈ ਤੇ ਉਹਦੇ ਵਿੱਚ ਆਪਣੀ ਜ਼ਿੰਦਗੀ ਇੱਦਾਂ ਲੰਘ ਜਾਂਦੀ ਹੈ। ਜਿੰਨਾ ਜਪਣਾ ਸੀ ਉਹ ਤਾਂ ਬਚਪਨ 'ਚ ਹੀ ਜਪ ਗਏ, ਧਰੂ ਤੇ ਪ੍ਰਹਿਲਾਦ ਜੀ ਵਰਗੇ। ਤੇ ਪਰ ਆਪਣੇ ਲਈ ਵੀ ਜਵਾਨੀ 'ਚ ਆ ਕੇ ਆਪਾਂ ਕਹਿੰਦੇ ਹੁਣ ਇਹ ਸਿਆਣਾ ਹੋ ਗਿਆ, ਚਲੋ ਹੁਣ ਇਹਨੂੰ ਸਮਝ ਆਉਂਦੀ ਹੈ ਗੁਰੂ ਦੀਆਂ ਗੱਲਾਂ ਦੀ, ਤਾਂ ਉਹ ਵਧੀਆ ਸਮਾਂ ਹੁੰਦਾ। ਪਰ ਮੈਂ ਉਹ ਗਵਾ ਛੱਡਿਆ ਵਾ। ਇਹੀ ਹੁਣ ਮੈਨੂੰ ਬਜ਼ੁਰਗੀ 'ਚ ਦੁੱਖ ਆ ਕਿ ਉਹਨੂੰ ਹੁਣ ਮੈਂ ਮੋੜ ਕੇ ਨਹੀਂ ਲਿਆ ਸਕਦਾ। ਹੁਣ ਉਹ ਸਮਾਂ ਵਾਪਸ ਨਹੀਂ ਹੋਣਾ। ਇੰਨਾ ਸਮਾਂ ਮੈਂ ਕਿਵੇਂ ਲਿਆਵਾਂ? ਮੈਂ ਤਾਂ ਹੁਣ ਆਪਾਂ ਗੱਲ ਕਰਦੇ ਹਾਂ, 2-3 ਸਕਿੰਟ ਬੀਤ ਗਏ, ਇਹ ਨਹੀਂ ਵਾਪਸ ਆ ਸਕਦੇ। ਇਹ ਗੱਲ ਕਹਿੰਦੇ ਆ ਕਿ ਜਵਾਨੀ ਲੰਘ ਜਾਂਦੀ ਹੈ, ਇਹ ਸਕਿੰਟ ਬੀਤ ਗਏ, ਇਹ ਨਹੀਂ ਆਉਣੇ ਹੁਣ। ਤਾਂ ਇਹ ਸਭ ਤੋਂ ਸਮਾਂ ਕੀਮਤੀ ਹੈ। ਸਮੇਂ ਵਿੱਚ ਹੀ ਉਹ ਜਵਾਨੀ ਆਉਂਦੀ ਆ। ਜਵਾਨੀ ਬਹੁਤ ਕੀਮਤੀ ਹੁੰਦੀ ਆ, ਜਿਹਨੂੰ ਆਪਾਂ ਸਾਂਭ ਕੇ ਰੱਖੀਏ। ਨਾਨਕ ਬਾਲ ਤਨਰਾ ਡੇਪਾ, ਗੁਰੂ ਬਾਬੇ ਨੇ ਬਹੁਤ ਕਰੜੇ ਸ਼ਬਦ ਕਹੇ ਆ। ਬਿਨ ਪਿਰ ਧਨ ਗੁਮਲਾਣੀ, ਮੈਂ ਤਾਂ ਜਵਾਨੀ ਵਿੱਚ ਨਾਨਕ ਬਾਲ ਤਨਰਾ ਡੇਪਾ, ਵਿਧਵਾ ਪੁਣਾ ਸਹਾਰ ਲਿਆ। ਮੈਂ ਤਾਂ ਭਾਵ ਕਿ ਛੋਟੀ ਹੁੰਦੀ ਨਹੀਂ, ਬਾਲ ਤਨਰਾ ਡੇਪਾ ਬਿਨ ਪਿਰ ਧਨ ਗੁਮਲਾਣੀ, ਮੈਂ ਤਾਂ ਇਹ ਵਿਧਵਾ ਪੁਣਾ ਪਹਿਲਾਂ ਹੀ ਸਹਾਰ ਲਿਆ। ਜਦੋਂ ਮੈਂ ਤੇਰੇ ਨਾਲ ਜੁੜ ਨਾ ਸਕੀ, ਰੂਹ ਦੀ ਗੱਲ ਆ, ਪ੍ਰਮਾਤਮਾ ਨੂੰ ਕਹਿ ਰਹੀ ਆਤਮਾ, ਮੈਂ ਤਾਂ ਪਹਿਲਾਂ ਹੀ ਕਹਿੰਦੇ ਵਿਆਹੁਣ ਤੋਂ ਪਹਿਲਾਂ ਹੀ ਮੈਂ ਵਿਧਵਾ ਹੋ ਗਈ। ਮੇਰਾ ਤਾਂ ਜ਼ਿੰਦਗੀ ਇਹੋ ਜਿਹੀ ਹੈ। ਤਾਂ ਬਹੁਤ ਦੁੱਖ ਵਾਲੇ ਭਾਵ ਕਿ ਇੱਕ ਪੀੜਾ ਵਾਲਾ ਬੰਦਾ ਸਮਝ ਸਕਦਾ ਹੈ ਜਦੋਂ ਆਪਾਂ ਰੱਬ ਨਾਲ ਗੱਲਾਂ ਕਰਦੇ ਹਾਂ। ਤੇ ਗੁਰੂ ਪਿਆਰਿਓ, ਕਿਉਂਕਿ ਸਤਿਗੁਰ ਪੂਛ ਨਾ ਮਾਰਗ ਚਾਲੀ, ਗੁਰੂ ਤੋਂ ਮੈਂ ਪੁੱਛਿਆ ਹੀ ਨਹੀਂ ਕਦੇ ਵੀ ਕਿਵੇਂ ਮਾਰਗ 'ਤੇ ਚੱਲੀਦਾ। ਸੂਤੀ ਰਹਿਣ ਵਿਹਾਣੀ, ਬਸ ਸੁੱਤੇ ਰਹੇ ਹੰਕਾਰ 'ਚ, ਹੰਕਾਰ ਦੀ ਸ਼ਰਾਬ ਪੀ ਕੇ। ਇਸ ਕਰਕੇ ਬੰਦੇ ਤੋਂ ਤਾਂ ਜਾਨਵਰ ਹੀ ਚੰਗੇ ਆ, ਤੇ ਜਿਨ੍ਹਾਂ ਦੀ ਖੱਲ ਤਾਂ ਬਣਦੀ ਹੈ। ਗੁਰੂ ਸਾਹਿਬ ਦੇ ਬਚਨ, ਨਰੂ ਮਰੈ ਨਰ ਕਾਮ ਨਾ ਆਵੇ, ਪਸ਼ੂ ਮਰੈ, ਭਗਤ ਕਬੀਰ ਜੀ, ਪਸ਼ੂ ਮਰੈ 10 ਕਾਜ ਸਵਾਰੈ। ਬੰਦੇ ਆਪਦੇ ਵੱਲ ਦੇਖਿਆ ਕਰ ਤੇ ਪਸ਼ੂਆਂ ਵੱਲ ਦੇਖਿਆ ਕਰ, ਜਿਨ੍ਹਾਂ ਦੇ ਚਮੜੇ ਤੋਂ ਜੁੱਤੀ ਬਣਦੀ ਪੈਰਾਂ 'ਚ ਪਾਉਣ ਵਾਲੀ, ਤੇ ਆਪਦੇ ਵੱਲ ਦੇਖਿਆ ਕਰ ਵੀ ਤੇਰੇ ਤੋਂ ਕੀ ਬਣੂਗਾ, ਉਹਦੇ ਤੋਂ ਕੀ ਬਣਦਾ, ਤੂੰ ਤਾਂ ਉਹਨਾਂ ਤੋਂ ਵੀ ਥੱਲੇ ਆ। ਇਵੇਂ ਆਪਦੇ ਹੰਕਾਰ ਨੂੰ ਨੱਥ ਪਾਇਆ ਕਰ। ਦੁਨੀਆ ਨੂੰ ਤਾਰਦੇ ਗੁਰੂ ਬਾਬਾ ਨਾਨਕ ਜੀ ਭਾਈ ਮਰਦਾਨਾ ਜੀ ਦਾ ਹੱਥ ਫੜਿਆ, ਭਾਈ ਬਾਲਾ ਜੀ ਦਾ ਹੱਥ ਫੜਿਆ, ਆਖਿਆ ਸਮੇਰ ਪਰਬਤ 'ਤੇ ਚੱਲੀਏ। ਉਹਨਾਂ ਆਖਿਆ ਬਾਬਾ ਨਹੀਂ, ਮੈਂ ਮੱਕੇ ਮਦੀਨੇ ਜਾਣਾ ਚਾਹੁੰਦਾ ਹਾਂ, ਮੈਂ ਵੀ ਇੱਕ ਮੁਸਲਮਾਨ ਹਾਂ, ਕਿਤੇ ਇਹ ਨਾ ਹੋਵੇ ਇਹੋ ਜਿਹੇ ਸਥਾਨ ਦੇ ਦਰਸ਼ਨ ਨਾ ਹੋਣ ਤੇ ਮੈਂ ਖਤਮ ਹੋ ਜਾ, ਫਨਾ ਹੋ ਜਾ। ਆਖਿਆ ਨਹੀਂ ਮਰਦਾਨਿਆਂ, ਜਿੱਦਾਂ ਤੂੰ ਆਖੇਂਗਾ ਉੱਦਾਂ ਹੀ ਆਪਾਂ ਕਰਾਂਗੇ। ਹੱਥ 'ਚ ਹੱਥ ਫੜਿਆ, ਵਾਟ ਕਹਿੰਦੇ ਬਹੁਤ ਸੀ, ਪਤਾ ਹੀ ਨਹੀਂ ਲੱਗਾ। ਗੁਰੂ ਬਾਬੇ ਨੇ ਜਦੋਂ ਛੋਹ ਲਾਈ, ਸੁਪਨੇ ਵਿੱਚ ਤੁਸਾਂ ਮਿਲੇ ਸਾਨੂੰ, ਅਸਾਂ ਧਾਗ ਲਵਕੜੀ ਪਾਈ, ਪਰ ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ। ਇਹ ਸਾਡਾ ਸੁਪਨਾ ਹੈ ਕਿ ਗੁਰੂ ਬਾਬਾ ਜੀ ਸਾਨੂੰ ਛੋਹ ਲਾਉਣ ਸਾਡੇ ਮੱਥੇ 'ਤੇ। ਉਹਨਾਂ ਨੂੰ ਲਾਤੀ, ਉਹ ਪਹੁੰਚ ਗਏ ਮੱਕੇ। ਮੱਕੇ ਪਹੁੰਚੇ ਤੇ ਬਾਬੇ ਆਖਿਆ, ਭਾਈ ਮਰਦਾਨਾ ਜੀ ਕਹਿੰਦੇ ਹੁਣ ਭੇਸ ਬਦਲਣਾ ਪਵੇਗਾ। ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ। ਕਿਹੜਾ ਭੇਖ ਬਣਾਇਆ? ਆਸਾ ਹੱਥ, ਕਿਤਾਬ ਕਸ਼, ਕੁਰਾਨ ਸ਼ਰੀਫ ਵੀ ਲੈ ਲਈ। ਆਸਾ ਵੀ ਹੱਥ ਦੇ ਵਿੱਚ, ਉਹ ਸਾਰੀਆਂ ਚੀਜ਼ਾਂ ਜਿਹੜੇ ਮੁਸਲਮਾਨ ਦੇ ਚਿੰਨ੍ਹ ਹੁੰਦੇ ਆ ਉਹ ਲੈ ਲਏ। ਇਹ ਕਿਉਂ ਲਏ? ਮੱਕੇ 'ਚ ਕੋਈ ਮੁਸਲਮਾਨ ਤੋਂ ਬਿਨਾਂ ਅੰਦਰ ਜਾਣ ਹੀ ਨਹੀਂ ਦਿੰਦੇ। ਇਹ ਉਹਨਾਂ ਨੂੰ ਜਿਹੜਾ ਭੇਖ ਸੀ ਬਣਾਉਣਾ ਪਿਆ। ਇੱਦਾਂ ਫਿਰ ਸਾਡਾ ਸਾਰਿਆਂ ਦਾ ਰੂਪ ਜਿਹੜਾ ਸੀ ਉਹ ਬਣਾ ਦਿੱਤਾ ਗੁਰੂ ਬਾਬੇ ਨੇ। ਤੇ ਉਹ ਕਤਾਰ 'ਚ ਜਾ ਕੇ ਇਕੱਠੇ ਹੋ ਗਏ, ਜਿੱਥੇ ਹਾਜੀ ਹੱਜ ਕਰਨ ਲਈ ਜਾਂਦੇ ਆ ਉੱਥੇ ਸਾਰੇ ਜਾਂਦੇ ਆ। ਉੱਥੇ ਇੱਕ ਸਮੁੰਦਰੀ ਜਹਾਜ਼ ਆਉਣਾ ਸੀ, ਸਮੁੰਦਰੀ ਜਹਾਜ਼ 'ਚ ਬਿਠਾ ਕੇ ਲੈ ਕੇ ਜਾਣਾ ਸੀ ਅੱਗੇ। ਤਾਂ ਇੱਕ ਸਮੁੰਦਰ ਦੇ ਕੰਢੇ ਪਹੁੰਚ ਜਾਂਦੇ ਆ। ਉੱਥੇ ਫਿਰ ਬਹੁਤ ਮੌਲਵੀ ਇਕੱਠੇ ਹੋਏ ਆ, ਬਹੁਤ ਸਾਰੇ ਜਿਹੜੇ ਵਿਦਵਾਨ ਕਹਿੰਦੇ ਆਪਦੇ ਆਪ ਨੂੰ ਇਕੱਠੇ ਹੋਏ। ਉਹ ਕਹਿਣ ਲੱਗੇ ਸਾਰੇ ਹੀ ਆਏ ਆ ਅੱਜ, ਚਲੋ ਜਿੰਨਾ ਸਮਾਂ ਜਹਾਜ਼ ਨਹੀਂ ਆਉਂਦਾ, ਸਮੁੰਦਰ ਬੇੜਾ, ਗੱਲਾਂ ਬਾਤਾਂ ਹੀ ਕਰ ਲਈਏ ਆਪਾਂ। ਕਈ ਵਾਰੀ ਤੁਸੀਂ ਵੇਖਿਓ ਜਦੋਂ ਆਪਾਂ ਰੇਲਵੇ ਸਟੇਸ਼ਨ 'ਤੇ ਜਾਂਦੇ ਹਾਂ ਜਾਂ ਸੰਗਤਾਂ ਕੋਈ ਵੀ ਜਾਂਦੀਆਂ ਕਿਤੇ ਯਾਤਰਾ ਕਰਨ, ਯਾਤਰੀਆਂ ਨਾਲ ਆਪਾਂ ਗੱਲਾਂ ਕਰਨ ਲੱਗ ਜਾਂਦੇ ਹਾਂ। ਇਹ ਤੁਸੀਂ ਵੇਖਿਆ ਹੋਊਗਾ ਪੰਜਾਬ ਦੇ ਲੋਕਾਂ ਵਿੱਚ ਇਹ ਜ਼ਿਆਦਾ ਖੁੱਲ੍ਹ ਦਿਲੀ ਆ। ਇਹ ਦੇਖੀ ਗਈ ਹੈ ਕਿ ਆਪਾਂ ਜ਼ਰੂਰ ਆਪਾਂ ਵਾਰਤਾਲਾਪ ਕਰਦੇ ਹਾਂ,
ਜਦੋਂ ਹਜੂਰ ਸਾਹਿਬ ਜਾਈਏ, ਪਟਨਾ ਸਾਹਿਬ ਜਾਈਏ ਟ੍ਰੇਨ 'ਤੇ, ਉਦੋਂ ਆਪਾਂ ਬੇਗਾਨਾ ਨਹੀਂ ਸਮਝਦੇ ਕਿਸੇ ਨੂੰ। ਇਹ ਪੰਜਾਬ ਦੇ ਲੋਕਾਂ 'ਚ ਸਭ ਤੋਂ ਵੱਧ ਖਾਸੀਅਤ ਆਪਣੀ ਇਹ। ਤਾਂ ਉਦੋਂ ਫਿਰ ਗੁਰੂ ਬਾਬਾ ਨਾਨਕ ਜੀ ਜਿਹੜੇ ਸੀ, ਅਤੇ ਉਹ ਵੀ ਫਿਰ ਵਿਚਾਰ ਉਹਨਾਂ 'ਚ ਤਾਂ ਉਹਨਾਂ ਜੈਸਾ ਫਰਾਗ ਦਿਲ ਕੌਣ ਹੋਊਗਾ, ਕੋਈ ਨਹੀਂ ਹੋਣਾ। ਬਹੁਤ ਵੱਡਾ ਦਿਲ ਆ ਬਾਬੇ ਦਾ। ਗੱਲਾਂ ਕਰਨ ਲੱਗ ਗਏ, ਗੱਲਾਂ ਵਿੱਚੋਂ ਇੱਕ ਗੱਲ ਹੋਈ, ਗੱਲਾਂ ਹੋਈਆਂ, ਗੱਲਾਂ ਵਿੱਚੋਂ ਇੱਕ ਗੱਲ ਹੋਈ, ਕਹਿੰਦੇ ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਬਾਬੇ ਨੂੰ ਕਿਸੇ ਹਾਜੀ ਨੇ ਆਖਿਆ, ਹੋਰ ਤਬਕੇ ਜਿਹੜੇ ਸੀ ਇਕੱਠੇ ਹੋਏ, ਮੁਸਲਮਾਨਾਂ 'ਚ ਬਹੁਤ ਤਬਕੇ ਆ, ਸੈਯਦ ਆ, ਖਾਨ ਨੇ, ਨਵਾਬ ਨੇ, ਇੱਕ ਨਹੀਂ ਹੈਗਾ, ਬਹੁਤ ਨੇ, ਇਹਨਾਂ ਦੇ ਵੀ ਕਾਫੀ ਫਿਰਕੇ ਆ। ਪੁੱਛਣ ਫੋਲ ਕਿਤਾਬ ਨੂੰ, ਕਹਿੰਦੇ ਆ ਜਿਹੜੀ ਤੁਸੀਂ ਹੱਥ 'ਚ ਕਿਤਾਬ ਆ, ਕਿਤਾਬ ਦਾ ਭਾਵ ਕੁਰਾਨ ਆ, ਮੁਕੱਦਸ ਏ ਕਿਤਾਬ ਜਿਹਨੂੰ ਕਹਿੰਦੇ ਆ, ਇਹਨੂੰ ਖੋਲ੍ਹ ਕੇ ਦੱਸੋ ਖਾਂ ਕੌਣ ਵੱਡਾ ਹੈ। ਉਹਨਾਂ ਨੂੰ ਲੱਗਾ ਵੀ ਇਹ ਬਾਬਾ ਬਹੁਤ ਸਿਆਣਾ, ਇਹ ਦੱਸੂਗਾ। ਅਤੇ ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਬਾਬਾ ਆਖੇ ਹਾਜੀਆਂ, ਬਾਬੇ ਨੇ ਕਾਜ਼ੀਆਂ ਨੂੰ, ਹਾਜੀਆਂ ਨੂੰ, ਹੱਜ ਕਰਨ ਵਾਲਿਆਂ ਨੂੰ, ਸਾਰਿਆਂ ਨੂੰ ਕਿਹਾ, ਕਹਿੰਦੇ ਸੁਣੋ ਭਾਈ, ਨਾ ਹਿੰਦੂ ਵੱਡਾ ਨਾ ਮੁਸਲਮਾਨ ਵੱਡਾ। ਕੌਣ ਵੱਡਾ? ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਜਿਹੜੇ ਚੰਗੇ ਅਮਲ ਕਰਦੇ ਆ ਉਹ ਵੱਡੇ ਆ। ਅਮਲ ਤੋਂ ਭਾਵ ਚੰਗੇ ਕਰਮ ਕਰਦੇ ਆ, ਗੁਰੂ ਦਾ ਆਪਦੇ ਦਾ ਕਹਿਣਾ ਮੰਨਦੇ ਆ, ਆਪਦੇ ਮੁਰਸ਼ਿਦ ਦਾ, ਉਹ ਵੱਡੇ ਆ। ਨਾ ਤਾਂ ਹਿੰਦੂ ਬਣਨਾ ਵੱਡਾ ਹੈ, ਨਾ ਮੁਸਲਮਾਨ ਹੋਣਾ ਛੋਟਾ ਹੈ। ਆਪਦੇ ਗੁਰੂ ਦੇ ਕਹਿਣੇ 'ਚ ਜਿਹੜਾ ਉਹ ਬੰਦਾ ਵੱਡਾ। ਜੇ ਹਿੰਦੂ ਆਪਦੇ ਗੁਰੂ ਦੇ ਕਹਿਣੇ 'ਚ, ਹਿੰਦੂ ਘਰਾਣੇ 'ਚ ਜਨਮ ਲੈ ਕੇ ਜੋ ਗੀਤਾ ਕਹਿ ਰਹੀ ਆ ਉਹ ਕਰ ਰਿਹਾ, ਹਿੰਦੂ ਵੱਡਾ ਹੈ। ਜੇ ਮੁਸਲਮਾਨ ਕੁਰਾਨ ਸ਼ਰੀਫ ਦੇ ਅਨੁਸਾਰ ਚੱਲ ਰਿਹਾ, ਉਹ ਵੱਡਾ ਹੈ। ਸਾਈਂ ਮੀਆਂ ਮੀਰ ਜੀ ਕੁਰਾਨ ਸ਼ਰੀਫ ਜੈਸੇ ਸੀ, ਉਹ ਵੱਡੇ ਸੀ। ਔਰੰਗਜ਼ੇਬ ਕੁਰਾਨ ਨਿੱਤ ਪੜ੍ਹਦਾ ਸੀ, ਪਰ ਅਮਲ ਨਹੀਂ ਸੀ ਕਮਾਉਂਦਾ, ਉਹ ਛੋਟਾ ਹੀ ਰਹਿ ਗਿਆ, ਕੁਝ ਵੀ ਨਹੀਂ ਰਿਹਾ, ਉਹਦਾ ਜ਼ੀਰੋ ਸੀ, ਜ਼ਿੰਦਗੀ ਉਹਦੀ ਖਤਮ ਸੀ ਉਹ। ਇਸ ਕਰਕੇ ਗੁਰੂ ਪਿਆਰਿਓ, ਅਤੇ ਨਾ ਤਾਂ ਹਿੰਦੂ ਵੱਡੇ ਨੇ, ਨਾ ਮੁਸਲਮਾਨ ਵੱਡੇ ਨੇ। ਜਿਹੜੇ ਚੰਗੇ ਅਮਲ ਕਰਦੇ ਆ, ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਹੋ ਜਾਂਦੇ ਆ। ਜਿਹੜੇ ਕਹਿੰਦੇ ਅਸੀਂ ਇੱਕ ਪਿਤਾ ਦੇ ਪੁੱਤਰ ਹਾਂ, ਉਹ ਵਾਹਿਗੁਰੂ ਸਾਡਾ ਪਿਤਾ ਹੈ, ਹਾਂ ਉਹ ਵੱਡਾ ਹੈ। ਬਾਬਾ ਆਖੇ ਹਾਜੀਆਂ, ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਫਿਰ ਇਹ ਵੀ ਲਿਖਿਆ ਉੱਥੇ ਕਵੀ ਜੀ ਸੰਤੋਖ ਸਿੰਘ ਨੇ, ਕਹਿੰਦੇ ਉਹਨਾਂ ਦੀ ਬਾਬੇ ਨਾਲ ਬਣੀ ਨਹੀਂ, ਵੈਸੇ ਵੀ ਬਣਦੀ ਨਹੀਂ। ਜਿਨ੍ਹਾਂ ਨੂੰ ਬਾਬੇ ਨੇ ਆਖਿਆ ਉਹ ਆਪਦਾ ਸਮੁੰਦਰ 'ਚ ਸਵਾਰ ਹੋ ਕੇ ਚਲੇ ਗਏ, ਗੁਰੂ ਬਾਬਾ ਜੀ ਨੂੰ ਲੈ ਕੇ ਨਹੀਂ ਸੀ ਗਏ। ਕਿੱਦਾਂ ਦੀਆਂ ਗੱਲਾਂ ਕਰਦੇ ਹੋ? ਇਹ ਕੀ ਹੋ ਗਿਆ? ਮੁਸਲਮਾਨ ਕਿਵੇਂ ਛੋਟੇ ਹੋ ਗਏ, ਹਿੰਦੂ ਕਿਵੇਂ ਛੋਟੇ ਹੋ ਗਏ? ਕਈਆਂ ਨੇ ਆਖਿਆ। ਗੁਰੂ ਬਾਬੇ ਨੇ ਫਿਰ ਉੱਥੇ ਉਹ ਛੱਡ ਗਏ। ਉਹ ਕਹਿੰਦੇ ਭਾਈ ਮਰਦਾਨਾ ਜੀ ਫਿਰ ਕਹਿਣ ਲੱਗੇ, ਬਾਬਾ ਅਸੀਂ ਕਿਵੇਂ, ਆਪਾਂ ਕਿਵੇਂ ਜਾਵਾਂਗੇ ਹੁਣ, ਮੈਂ ਤਾਂ ਮੱਕੇ ਜਾਣਾ ਚਾਹੁੰਦਾ। ਅਤੇ ਫਿਰ ਉਹ ਕਹਿੰਦੇ ਤੁਸੀਂ ਪਿੱਛੇ ਪਿੱਛੇ ਹੀ ਆਓ। ਸਮੁੰਦਰ ਸੁਣਿਆ ਹਾਥ ਹੋਵੇ ਅਸਗਾਹੋ, ਸਮੁੰਦਰ ਹੱਥ ਕੁ ਜਿੰਨਾ ਰਹਿ ਜਾਂਦਾ ਜੇ ਗੁਰੂ ਬਾਬਾ ਕਿਰਪਾ ਕਰ ਦੇਵੇ। ਸਮੁੰਦਰ, ਇਹ ਜਿਹੜਾ ਸਮੁੰਦਰ ਆ, ਸੁਣਿਆ ਹਾਥ ਹੋਵੇ ਅਸਗਾਹ, ਇਹ ਸਾਰੀਆਂ ਚੀਜ਼ਾਂ ਛੋਟੀਆਂ ਹੋ ਜਾਂਦੀਆਂ, ਇਹਨਾਂ ਨੂੰ ਤਰਨਾ ਸੌਖਾ ਹੋ ਜਾਂਦਾ। ਚਾਹੇ ਸੰਸਾਰ ਨੂੰ ਇਹ ਪਾਸੇ ਲਾ ਲਓ, ਗੁਰੂ ਬਾਬੇ ਨੇ ਕਿਰਪਾ ਕੀਤੀ ਅਤੇ ਉਸ ਸਮੁੰਦਰ ਨੂੰ ਪਾਰ ਕਰਕੇ ਅੱਗੇ ਵਧੇ। ਅੱਗੇ ਕੀ ਹੋਇਆ ਸੀ? ਮੱਕੇ ਪਹੁੰਚ ਕੇ, ਇਹ ਤਾਂ ਪਹਿਲਾਂ ਦੀ ਹਜੇ ਜਿੱਥੇ ਮੱਕੇ ਜਾਣਾ ਸੀ ਇਹ ਤਾਂ ਉੱਥੇ ਹੀ ਗੱਲ ਹੋ ਗਈ, ਅਤੇ ਅੱਗੇ ਜਾ ਕੇ ਕੀ ਕੀ ਹੁੰਦਾ ਤੁਸੀਂ ਸਰਵਣ ਕਰੋਗੇ ਗੁਰੂ ਪਿਆਰਿਓ। ਸੋ ਸਤਿਗੁਰ ਪੂਛ ਨਾ ਮਾਰਗ ਚਾਲੀ, ਸੂਤੀ ਰਹਿਣ ਵਿਹਾਣੀ, ਨਾਨਕ ਬਾਲਤਨ ਰਾਂਡੇਪਾ, ਬਿਨ ਪਿਰ ਧਨ ਕੁਮਲਾਣੀ। ਮੇਰੀ ਜਿਹੜੀ ਜਵਾਨੀ ਆ ਕੁਮਲਾ ਗਈ, ਮੁਰਝਾ ਗਈ, ਸੁੱਕ ਗਈ, ਖਤਮ ਹੋ ਗਈ ਸੀ, ਤੈਨੂੰ ਪ੍ਰੀਤ ਕੀਤੇ ਤੋਂ ਬਿਨਾਂ, ਤੇਰੇ ਨਾਲ ਪਿਆਰ ਪਾਏ ਤੋਂ ਬਿਨਾਂ, ਗੁਰੂ ਤੇਰਾ ਕਹਿਣਾ ਮੰਨਣ ਤੋਂ ਬਿਨਾਂ ਮੇਰੀ ਜ਼ਿੰਦਗੀ ਇੱਦਾਂ ਹੀ ਬੀਤੀ ਹੈ। ਹੁਣ ਚਲੋ ਜਿਹੜਾ ਹੋ ਗਿਆ ਹੋ ਗਿਆ, ਅੱਗੇ ਸਮਝ ਚੱਲੋ ਨੰਦ ਲਾਲਾ, ਚਲੋ ਜੋ ਹੋ ਗਿਆ ਹੋ ਗਿਆ, ਉਹਦੇ ਲਈ ਵੀ ਤੂੰ ਇੰਨਾ ਨਾ ਕਰ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆਗੇ ਸਮਝ ਚੱਲੋ ਨੰਦ ਲਾਲਾ, ਕੋਈ ਗੱਲ ਨਹੀਂ ਜੇ ਜਵਾਨੀ ਨਾ ਸਹੀ, ਪਾਛੈ ਜੋ ਬੀਤੀ ਸੋ ਬੀਤੀ, ਭਾਵੇਂ ਪਿਛਲੀ ਉਮਰ ਗੁਨਾਹੀ ਬੀਤੀ, ਹਰ ਕੀ ਭਗਤ ਨ ਕੀਤੀ। ਕੋਈ ਗੱਲ ਨਹੀਂ, ਹਜੇ ਵੀ ਕੁਝ ਨਹੀਂ ਵਿਗੜਿਆ, ਇੰਨਾ ਹੌਸਲਾ ਦੇ ਰਹੇ। ਹੁਣ ਵੀ ਸਮਾਂ ਹੀ ਆ, ਜਪ ਲਓ ਉਹਨੂੰ, ਭੁੱਲ ਚੁੱਕ ਦੀ ਖਿਮਾ,
ਗੁਰੂ ਬਾਬੇ ਨਾਨਕ ਦੀ ਸ਼ਾਨ ਬਹੁਤ ਉੱਚੀ ਹੈ ਜੀ। ਗੁਰੂ ਸਾਹਿਬ ਬਖਸ਼ ਲੈਣ ਜੀ। ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕ